ਇਹ ਕੋਠੀ ਸਰਦਾਰ ਗੁਰਦਿੱਤ ਸਿੰਘ ਜੀ, ਸਰਦਾਰ ਹਾਕਮ ਸਿੰਘ ਜੀ ਜੋ ਇਸ ਪਿੰਡ ਦੇ ਵਸਨੀਕ ਸੀਗੇ, ਉਹਨਾਂ ਵੱਲੋਂ ਤਿਆਰ ਕੀਤੀ ਆ। ਤੇ ਰੋਟੀ ਰੋਜੀ ਦੀ ਭਾਲ ਵਿੱਚ ਉਹ ਇਸ ਪਿੰਡ ਵਿੱਚੋਂ ਚਲੇ ਗਏ। ਕੁਝ ਸਮਾਂ ਪਾ ਕੇ ਉਹ ਬੰਬੇ ਵਰਗੇ ਸ਼ਹਿਰ 'ਚ ਗਏ, ਜਿੱਥੇ ਉਹ ਬੜੇ ਵਧੀਆ ਪਹਿਲਵਾਨ ਵੀ ਸੀਗੇ। ਤੇ ਬਾਹਰ ਜਾਣ ਦੇ ਬਾਅਦ ਇੱਕਦਮ ਉਹਨਾਂ ਦੇ ਦਿਨ ਬਦਲੀ ਹੋਏ, ਕਿਸਮਤ ਨੇ ਗੇੜ ਦਿੱਤਾ ਹੈ। ਤੇ ਉਹ ਬਹੁਤ ਅਮੀਰ ਪਰਿਵਾਰਾਂ ਦੇ ਵਿੱਚੋਂ ਇੱਕ ਹੋ ਗਏ। ਬਹੁਤ ਮਿਹਨਤ ਕੀਤੀ, ਫਿਰ ਦੁਬਾਰਾ ਪਿੰਡ ਦੀ ਯਾਦ ਆਈ, ਜੰਮਣ ਭਾਉਣ ਦੀ ਯਾਦ ਆਈ, ਇੱਥੇ ਆਏ। ਫਿਰ ਇੱਥੇ ਆ ਕੇ ਜ਼ਮੀਨ ਖਰੀਦੀ, 2 ਪੱਠੇ ਲਾਏ, ਉਹਨਾਂ ਇੱਟਾਂ ਦੇ ਨਾਲ ਇਹ ਮਹਿਲ ਨੁਮਾ ਜਿਹੜਾ ਮਕਾਨ ਉਹ ਬਣਾਇਆ। ਕਹਿੰਦੇ ਨੇ ਜਿਸ ਆਲਣੇ ਦੇ ਪੰਛੀ ਉੱਡ ਜਾਣ, ਉਹ ਆਲਣਾ ਇੱਕ ਦਿਨ ਉੱਜੜ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਬਟਾਲਾ ਦੇ ਪਿੰਡ ਚੋਣੇ 'ਚ ਬਣੀ ਇਸ ਮਹਿਲ ਵਰਗੀ ਕੋਠੀ ਦਾ। ਇਸ ਕੋਠੀ ਤੇ ਬਣਨ ਤੇ ਉੱਜੜਨ ਪਿੱਛੇ ਇੱਕ ਲੰਬੀ ਕਹਾਣੀ ਹੈ। ਗੱਲ 1890 ਦੇ ਦਹਾਕੇ ਦੀ ਹੈ, ਜਦੋਂ ਬਰਤਾਨੀਆ ਹਕੂਮਤ ਦਾ ਰਾਜ ਸੀ। ਬਟਾਲੇ ਤੋਂ 20 ਕਿਲੋਮੀਟਰ ਦੂਰ ਪੈਂਦੇ ਪਿੰਡ ਚੋਣੇ ਦੇ ਨੌਜਵਾਨਾਂ ਵਿੱਚ ਭਲਵਾਨੀ ਦਾ ਬਹੁਤ ਸ਼ੌਂਕ ਸੀ। ਪਿੰਡ ਦੇ ਇੱਕ ਸਧਾਰਨ ਜ਼ਿਮੀਂਦਾਰ ਪਰਿਵਾਰ ਵਿੱਚ ਪੈਦਾ ਹੋਏ 2 ਭਰਾ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਵੀ ਭਲਵਾਨੀ ਨਾਲ ਬੜਾ ਮੋਹ ਸੀ। ਉੱਤੋਂ ਘਰ ਦਾ ਖੁੱਲ੍ਹਾ ਦੁੱਧ ਘਿਓ ਹੋਣ ਕਰਕੇ ਇਹ ਦੋਵੇਂ ਭਰਾ ਤਕੜੇ ਹੋ ਗਏ, ਜਿਸ ਦੌਰਾਨ ਇਹ ਵੱਡੇ ਤੋਂ ਵੱਡੇ ਭਲਵਾਨਾਂ ਦੀਆਂ ਪਿੱਠਾਂ ਲਵਾ ਦਿੰਦੇ ਸਨ। ਭਲਵਾਨੀ ਦੀ ਚੜ੍ਹਤ ਦੋਵਾਂ ਨੂੰ ਕਲਕੱਤੇ ਲੈ ਗਈ, ਜਿੱਥੇ ਕੁਸ਼ਤੀ ਕਰਦੇ ਕੁਝ ਗੋਰੇ ਇਹਨਾਂ ਨੂੰ ਆਪਣੇ ਨਾਲ ਇੰਡੋਨੇਸ਼ੀਆ ਲੈ ਗਏ, ਜਿੱਥੇ ਇਹਨਾਂ ਭਲਵਾਨੀ ਦੇ ਸਿਰ ਤੇ ਕਾਫੀ ਨਾਮ ਕਮਾਇਆ। ਆਪਣੇ ਪੱਟਾਂ ਦਾ ਜ਼ੋਰ ਦਿਖਾਉਂਦੇ ਦੋਵੇਂ ਭਰਾਵਾਂ ਨੂੰ ਇੰਡੋਨੇਸ਼ੀਆ ਤੋਂ ਕਾਫੀ ਇਨਾਮ ਮਿਲੇ। ਜਦੋਂ ਦੋਵੇਂ ਭਰਾਵਾਂ ਦੀ ਚਰਚਾ ਪੂਰੇ ਇੰਡੋਨੇਸ਼ੀਆ 'ਚ ਹੋਣ ਲੱਗ ਗਈ ਤਾਂ ਉੱਥੋਂ ਦੇ ਇੱਕ ਪੰਜਾਬੀ ਪਰਿਵਾਰ ਦੀ ਇਕਲੌਤੀ ਧੀ ਨਾਲ ਇੱਕ ਭਰਾ ਦਾ ਵਿਆਹ ਹੋ ਗਿਆ। ਇਸ ਵਿਆਹ ਨੇ ਦੋਵਾਂ ਭਰਾਵਾਂ ਦੀ ਜ਼ਿੰਦਗੀ ਅਜਿਹੀ ਬਦਲੀ ਕਿ ਉਹਨਾਂ ਨੂੰ ਖੁਦ ਵੀ ਯਕੀਨ ਨਹੀਂ ਸੀ ਹੋ ਰਿਹਾ। ਕਹਿੰਦੇ ਹਨ ਕਿ ਉਸ ਸਮੇਂ ਦੋਵੇਂ ਭਰਾ ਇੰਨੇ ਅਮੀਰ ਹੋ ਗਏ ਸਨ ਕਿ ਇੰਡੋਨੇਸ਼ੀਆ ਦੇ ਸ਼ਹਿਰ ਉਦੋਂ 16 ਸਿਲਮੇ ਹੁੰਦੇ ਸਨ, ਜਿਨ੍ਹਾਂ 'ਚੋਂ 14 ਤਾਂ ਇਹਨਾਂ ਦੋਵੇਂ ਭਰਾਵਾਂ ਦੇ ਹੀ ਸਨ। ਇੰਡੋਨੇਸ਼ੀਆ 'ਚ ਤਰੱਕੀ ਕਰਨ ਤੋਂ ਬਾਅਦ ਦੋਵੇਂ ਭਰਾ ਆਪਣੇ ਪਿੰਡ ਚੋਣੇ ਆਪਣੇ ਕੱਚੇ ਘਰ ਵਾਪਸ ਆਏ ਤਾਂ ਦੂਜੇ ਭਰਾ ਦਾ ਵਿਆਹ ਕਰਨ ਦੀ ਗੱਲ ਕੀਤੀ ਗਈ, ਜਿਸ ਦੌਰਾਨ ਦੋਵੇਂ ਭਰਾਵਾਂ ਨੂੰ ਲੋਕਾਂ ਨੇ ਘਰ ਬਾਹਰ ਵਧੀਆ ਨਾ ਹੋਣ ਕਰਕੇ ਕਾਫੀ ਗੱਲਾਂ ਸੁਣਾਈਆਂ। ਹਰ ਪਾਸੇ ਲੋਕਾਂ ਕੋਲ ਤਾਨੇ ਵੱਜਣ ਤੋਂ ਬਾਅਦ ਦੋਵੇਂ ਭਰਾਵਾਂ ਨੂੰ ਸ਼ਰੀਕਾਂ ਦੇ ਬੋਲ ਕਾਫੀ ਚੁੱਭੇ, ਜਿਸ ਦੌਰਾਨ ਉਹਨਾਂ ਇਹ ਕੋਠੀ ਬਣਾਉਣ ਬਾਰੇ ਸੋਚਿਆ। ਦੋਵੇਂ ਭਰਾਵਾਂ ਕੋਲ ਦੌਲਤ ਬੇਸ਼ੁਮਾਰ ਹੋਣ ਕਰਕੇ ਉਹਨਾਂ ਸਭ ਤੋਂ ਪਹਿਲਾਂ ਪਿੰਡ 'ਚ 100 ਏਕੜ ਜ਼ਮੀਨ ਖਰੀਦੀ ਤੇ ਇਸੇ ਦੌਰਾਨ ਉਹਨਾਂ ਪਿੰਡ ਕੋਠੀ ਬਣਾਉਣ ਲਈ ਨਿੱਕੇ 2 ਪੱਠੇ ਲਗਾਏ। ਕਹਿੰਦੇ ਹਨ ਕਿ ਇਸ ਕੋਠੀ ਤੇ 2 ਕਰੋੜ 40 ਲੱਖ ਦੇ ਕਰੀਬ ਇੱਟਾਂ ਲੱਗੀਆਂ ਸਨ। ਇਸ ਕੋਠੀ ਦਾ ਡਿਜ਼ਾਈਨ ਉਸ ਸਮੇਂ ਦੇ ਮਸ਼ਹੂਰ ਮੁਸਲਮਾਨ ਆਰਕੀਟੈਕਟ ਤੋਂ ਬਣਾਇਆ ਗਿਆ ਸੀ ਅਤੇ ਕੋਠੀ ਨੂੰ ਬਣਾਉਣ ਲਈ ਵੀ ਮੁਸਲਮਾਨ ਰਾਜ ਮਿਸਤਰੀ ਨੂੰ ਬੁਲਾਇਆ ਗਿਆ। ਜਦੋਂ ਕੋਠੀ ਦਾ ਕੰਮ ਸ਼ੁਰੂ ਹੋਇਆ ਤਾਂ ਬਟਾਲਾ ਸ਼ਹਿਰ ਤੋਂ ਲੋਹੇ ਦੇ ਗਾਡਰ ਤੇ ਸਰੀਏ ਦੇ ਗੱਡੇ ਭਰ ਕੇ ਪਿੰਡ ਚੋਣੇ ਵਿਖੇ ਆਉਣ ਲੱਗੇ। ਇੰਨਾ ਲੋਹਾ ਇਸ ਕੋਠੀ ਉੱਪਰ ਲੱਗਾ ਕਿ ਬਟਾਲਾ ਸ਼ਹਿਰ ਦੀਆਂ ਲੋਹੇ ਦੀਆਂ ਦੁਕਾਨਾਂ 'ਚੋਂ ਲੋਹਾ ਮੁੱਕ ਗਿਆ। ਬਟਾਲੇ ਦੇ ਕਈ ਲੋਕ ਉਚੇਚੇ ਤੌਰ ਤੇ ਪਿੰਡ ਚੋਣੇ ਇਹ ਦੇਖਣ ਪਹੁੰਚੇ ਕਿ ਆਖਰ ਉੱਥੇ ਬਣ ਕੀ ਰਿਹਾ ਹੈ। ਭਲਵਾਨ ਭਰਾਵਾਂ ਨੇ ਸ਼ਰੀਕਾਂ ਵੱਲੋਂ ਮਾਰੇ ਮੇਣੇ ਇਸ ਤਰ੍ਹਾਂ ਪੁਗਾਏ ਕਿ ਸ਼ਰੀਕਾਂ ਦੀ ਬੋਲਤੀ ਹੀ ਬੰਦ ਕਰ ਦਿੱਤੀ। ਉਸ ਸਮੇਂ ਕੋਠੀ ਦੇ ਫਰਸ਼, ਦੀਵਾਰਾਂ, ਬੂਹੇ, ਬਾਰੀਆਂ ਸਾਰਾ ਕੁਝ ਇੰਨਾ ਕਮਾਲ ਦਾ ਸੀ ਕਿ ਦੇਖ ਕੇ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਸੀ। ਕੋਠੀ ਦੇ ਬਾਹਰ ਇੱਕ ਖੂਹ ਵੀ ਖੁਦਵਾਇਆ ਗਿਆ। ਪਿੰਡ ਵਾਲੇ ਦੱਸਦੇ ਨੇ ਕਿ ਕੋਠੀ ਦੇ ਮੀਨਾਰਾਂ 'ਤੇ ਲੱਗੇ ਤਾਂਬੇ ਤੇ ਸੋਨੇ ਦਾ ਪਾਣੀ ਚੜ੍ਹਾ ਕੇ ਲਗਾਇਆ ਗਿਆ ਸੀ। ਕੁਝ ਸਾਲਾਂ ਪਿੱਛੋਂ ਭਲਵਾਨ ਦਾ ਇੱਕ ਲੜਕਾ ਬਲਵਿੰਦਰ ਸਿੰਘ ਬਿੱਲੂ ਇਸ ਕੋਠੀ ਵਿੱਚ ਆ ਕੇ ਰਹਿੰਦਾ ਰਿਹਾ। ਭਲਵਾਨਾਂ ਦੇ ਵਾਰਸਾਂ ਨੇ ਹੌਲੀ ਪਿੰਡ ਦੀ ਜ਼ਮੀਨ ਵੇਚ ਦਿੱਤੀ ਅਤੇ ਕੋਠੀ ਦਾ ਵੀ ਵੱਡਾ ਹਿੱਸਾ ਢਾਹ ਕੇ ਵੇਚ ਦਿੱਤਾ। 1970 ਦੇ ਦਹਾਕੇ ਤੋਂ ਬਾਅਦ ਇਹ ਕੋਠੀ ਵੀਰਾਨ ਹੋ ਗਈ। ਤੇ ਜੇਕਰ ਗੱਲ ਅੱਜ ਦੀ ਕਰੀਏ ਤਾਂ ਇਸ ਕੋਠੀ ਦਾ 3 ਮੰਜ਼ਿਲਾ ਢਾਂਚਾ ਹੈ ਜੋ ਅਜੇ ਵੀ ਖੜਾ ਹੈ, ਪਰ ਇਸ ਦੇ ਬੂਹੇ, ਬਾਰੀਆਂ ਅਤੇ ਗ੍ਰਿਲਾਂ ਲੋਕਾਂ ਵੱਲੋਂ ਲਾ ਲਈਆਂ ਗਈਆਂ ਹਨ।
ਤੁਹਾਨੂੰ ਦੱਸੀਏ ਕਿ ਇਸ ਕੋਠੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਤੇ ਚੜ੍ਹ ਕੇ ਸਾਰਾ ਇਲਾਕਾ ਦੇਖਿਆ ਜਾ ਸਕਦਾ ਹੈ, ਜਾਂ ਕਹਿ ਲਓ ਕਿ ਪੂਰਾ ਚੋਣਾ ਪਿੰਡ ਦੇਖਿਆ ਜਾ ਸਕਦਾ ਹੈ। ਕਦੀ-ਕਦੀ ਇਸ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਦੇ ਲੋਕ ਪਿੰਡ ਚੋਣੇ ਆਉਂਦੇ ਹਨ ਅਤੇ ਆਪਣੇ ਬਜ਼ੁਰਗਾਂ ਦੀ ਸ਼ਾਨਦਾਰ ਕੋਠੀ ਅੱਗੇ ਫੋਟੋਆਂ ਖਿਚਵਾ ਚਲੇ ਜਾਂਦੇ ਹਨ। ਪਿੰਡ ਦੇ ਲੋਕ ਦੱਸਦੇ ਹਨ ਕਿ ਪਿਛਲੇ ਕਾਫੀ ਸਮੇਂ ਦੌਰਾਨ ਇਸ ਕੋਠੀ ਵਿੱਚ ਫਿਲਮਾਂ ਦੀ ਸ਼ੂਟਿੰਗ ਲਈ ਆਉਂਦੇ ਰਹੇ ਅਤੇ ਕਈ ਪੰਜਾਬੀ ਗਾਣਿਆਂ ਦੀ ਵੀ ਇੱਥੇ ਸ਼ੂਟਿੰਗ ਹੋ ਚੁੱਕੀ ਹੈ। ਦੋਵੇਂ ਭਰਾਵਾਂ ਦੀ ਤਰੱਕੀ ਦੀ ਕਹਾਣੀ ਹਰ ਕਿਸੇ ਲਈ ਇੱਕ ਵੱਖਰੀ ਮਿਸਾਲ ਕਾਇਮ ਕਰਦੀ ਹੈ। ਇਸ ਕੋਠੀ ਦੀ ਹਾਲਤ ਦਾ ਜ਼ਿੰਮੇਵਾਰ ਇਲਾਕੇ ਦੇ ਲੋਕ ਕੋਠੀ ਦੇ ਮਾਲਕਾਂ ਨੂੰ ਦੱਸਦੇ ਨੇ, ਪਰ ਚੰਗਾ ਹੁੰਦਾ ਪਿੰਡ ਚੋਣੇ ਦੇ ਵਾਸੀ ਇਸ ਕੋਠੀ ਦੀ ਸੰਭਾਲ ਕਰ ਲੈਂਦੇ। ਜੀ ਇਹ ਕੋਠੀ ਸਾਡੇ ਇਸ ਨਗਰ ਦਾ ਮਾਣ ਵਾ, ਆਲੇ ਦੁਆਲੇ ਪਿੰਡਾਂ ਦਾ ਵੀ ਮਾਣ ਆ। ਇਹ ਕੋਠੀ ਸਰਦਾਰ ਗੁਰਦੇਵ ਸਿੰਘ ਜੀ, ਸਰਦਾਰ ਹਾਕਮ ਸਿੰਘ ਜੀ ਜੋ ਇਸ ਪਿੰਡ ਦੇ ਵਸਨੀਕ ਸੀਗੇ, ਉਹਨਾਂ ਵੱਲੋਂ ਤਿਆਰ ਕੀਤੀ ਆ। ਕਿਸੇ ਸਮੇਂ ਉਹ ਗਰੀਬੀ ਦੀ ਹਾਲਤ ਵਿੱਚ ਸੀਗੇ ਤੇ ਰੋਟੀ ਰੋਜੀ ਦੀ ਭਾਲ ਵਿੱਚ ਉਹ ਇਸ ਪਿੰਡ ਵਿੱਚੋਂ ਚਲੇ ਗਏ। ਕੁਝ ਸਮਾਂ ਪਾ ਕੇ ਉਹ ਬੰਬੇ ਵਰਗੇ ਸ਼ਹਿਰ 'ਚ ਗਏ, ਜਿੱਥੇ ਉਹ ਬੜੇ ਵਧੀਆ ਪਹਿਲਵਾਨ ਵੀ ਸੀਗੇ। ਉਹਨਾਂ ਦੀ ਕੁਸ਼ਤੀ ਕਿਸੇ ਗੋਰੇ ਅੰਗਰੇਜ਼ ਨੇ ਵੇਖੀ, ਉਹ ਉਹਨਾਂ ਨੂੰ ਆਪਣੇ ਨਾਲ ਬਾਹਰ ਲੈ ਗਿਆ ਤੇ ਬਾਹਰ ਜਾਣ ਦੇ ਬਾਅਦ ਇੱਕਦਮ ਉਹਨਾਂ ਦੇ ਦਿਨ ਬਦਲੀ ਹੋਏ, ਕਿਸਮਤ ਨੇ ਗੇੜ ਦਿੱਤਾ ਤੇ ਉਹ ਬਹੁਤ ਅਮੀਰ ਪਰਿਵਾਰਾਂ ਦੇ ਵਿੱਚੋਂ ਇੱਕ ਹੋ ਗਏ। ਇੰਡੋਨੇਸ਼ੀਆ ਦਾ ਇੱਕ ਸ਼ਹਿਰ ਹੈ ਮੈਦਾਨ ਸ਼ਹਿਰ, ਉੱਥੇ ਜਾ ਕੇ ਵਸੇ, ਬੜੀ ਕਮਾਈ ਕੀਤੀ ਤੇ ਬਹੁਤ ਜਿਹੜੇ ਉਸ ਪਰਿਵਾਰ ਉਹ ਸ਼ਹਿਰ ਦੇ ਵਿੱਚ ਜਿਹੜੇ ਕੁਝ ਚੁਣਿੰਦਾ ਪਰਿਵਾਰ ਸੀ ਨਾ ਅਮੀਰ, ਉਹਨਾਂ ਦੀ ਗਿਣਤੀ ਵਿੱਚੋਂ ਇੱਕ ਦੂਜੇ ਨੰਬਰ 'ਤੇ ਸੀਗੇ। ਤੇ ਸੁਣਿਆ ਇਹ ਆ ਵੀ ਉਸ ਸ਼ਹਿਰ ਵਿੱਚ 16 ਸਿਨੇਮੇ ਸੀਗੇ ਤੇ 16 ਚੋਂ 14 ਸਿਨੇਮੇ ਇਹਨਾਂ ਦੇ ਸੀ ਤੇ ਤਕਰੀਬਨ 200-250 ਮਕਾਨ ਜਿਹੜਾ ਸੀਗਾ ਉਹ ਇਹਨਾਂ ਦਾ ਸੀਗਾ। ਤੇ ਬਹੁਤ ਮਿਹਨਤ ਕੀਤੀ ਤੇ ਫਿਰ ਦੁਬਾਰਾ ਪਿੰਡ ਦੀ ਯਾਦ ਆਈ, ਜੰਮਣ ਭਾਉਣ ਦੀ ਯਾਦ ਆਈ, ਇੱਥੇ ਆਏ। ਇੱਥੋਂ ਗਰੀਬੀ ਦੀ ਹਾਲਤ 'ਚ ਗਏ ਸੀ ਤੇ ਇੱਥੇ ਪਿੰਡ ਨੂੰ ਕੋਈ ਨਾ ਕੋਈ ਵਿਖਾਉਣਾ ਚਾਹੁੰਦੇ ਸੀ ਵੀ ਸਾਡੇ ਕੋਲ ਪੈਸੇ ਆ ਗਏ ਆ। ਫਿਰ ਇੱਥੇ ਆ ਕੇ ਜ਼ਮੀਨ ਖਰੀਦੀ, 2 ਪੱਠੇ ਲਾਏ, ਉਹਨਾਂ ਇੱਟਾਂ ਦੇ ਨਾਲ ਇਹ ਮਹਿਲ ਨੁਮਾ ਜਿਹੜਾ ਮਕਾਨ ਉਹ ਬਣਾਇਆ। ਫਿਰ ਇੱਥੇ ਜ਼ਮੀਨ ਵੀ ਖਰੀਦੀ, 100-125 ਏਕੜ ਇੱਥੇ ਰਹੇ, 3 ਸਾਲ ਵਾਹੀ ਵੀ ਕੀਤੀ ਆ ਤੇ ਇਸ ਤੋਂ ਬਾਅਦ ਫਿਰ ਉਹ ਮੂਵ ਹੋ ਗਏ ਆ ਇੰਡੋਨੇਸ਼ੀਆ 'ਚ ਤੇ ਦੁਬਾਰਾ ਉਹ ਇੱਥੇ ਨਹੀਂ ਆਏ। ਕੀ ਦੱਸਦੇ ਬਜ਼ੁਰਗ ਪੁਰਾਣੇ ਜਿਹੜੇ ਨੇ ਇਸ ਕੋਠੀ ਬਾਰੇ, ਕਿਸ ਤਰੀਕੇ ਦੀ ਸਹੂਲਤ ਸੀ ਇਹਦੇ ਅੰਦਰ, ਸੁਵਿਧਾਵਾਂ ਸੀ ਇਹਦੇ ਅੰਦਰ, ਕਿਸ ਤਰੀਕੇ ਤੋਂ ਉਸ ਵੇਲੇ ਤਿਆਰ ਕੀਤੀ? ਵੇਖੋ ਤੁਸੀਂ ਅੱਜ ਵੀ ਝਾਤੀ ਮਾਰ ਲਓ, ਇਹ ਕਿ ਚੰਗੇ ਆਰਕੀਟੈਕਟ ਦੀ ਦੇਣ ਹੈ, ਕਿਉਂਕਿ ਅੱਜ ਵੀ 100 ਸਾਲ ਬੀਤਣ ਦੇ ਬਾਵਜੂਦ ਹੀ ਭਾਵੇਂ ਇੱਥੇ ਅਸੀਂ ਬੜੇ ਰੁੱਖ ਉੱਗ ਗਏ ਆ, ਪਿੱਪਲ ਉੱਗੇ ਆ, ਅਸੀਂ ਬੜਾ ਨੁਕਸਾਨ ਕੀਤਾ ਵਾ, ਤੋੜ ਫੋੜ ਕੀਤੀ ਆ ਆਲੇ ਦੁਆਲੇ ਦੇ ਪਿੰਡਾਂ 'ਚ, ਸਾਡੇ ਪਿੰਡ ਨੇ, ਪਰ ਅੱਜ ਵੀ ਇਹ ਉਵੇਂ ਖੜੀ ਆ। ਇਹ ਚੰਗੀ ਇੱਕ ਵਧੀਆ ਕਿਸੇ ਆਰਕੀਟੈਕਟ ਨੇ ਚੰਗੇ ਵਧੀਆ ਇੱਕ ਤਰੀਕੇ ਨਾਲ ਤਿਆਰ ਕੀਤੀ ਆ। ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਮੂੰਹ ਬੋਲ ਦੀ ਮਿਹਨਤ ਦੱਸਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਮੂੰਹ ਬੋਲ ਦੀ ਮਿਹਨਤ ਵਾ। ਤੇ ਅੱਜ ਵੀ ਜਿਹੜੇ ਪੰਜਾਬੀ ਅਸੀਂ ਬਾਹਰ ਜਾ ਰਹੇ ਹਾਂ, ਇੱਥੇ ਆ ਕੇ ਬੜੇ ਬੜੇ ਵੱਡੇ ਮਹਿਲ ਨੁਮਾ ਖੜੇ ਕਰ ਰਹੇ ਹਾਂ, ਉਹ ਸਿਰਫ ਇੱਕ ਵਿਖਾਵਾ ਆ। ਲੋਕਾਂ ਨੂੰ ਵਿਖਾਉਂਦੇ ਪਏ ਅਸੀਂ ਪੈਸੇ ਕਮਾਏ ਆ, ਪਰ ਜੇ ਪੈਸੇ ਕਮਾਏ ਤਾਂ ਉਹਨਾਂ ਨੂੰ ਸਾਹਮਣੇ ਵੀ ਚਾਹੀਦਾ, ਇੱਥੇ ਰਹਿਣਾ ਵੀ ਚਾਹੀਦਾ। ਇਹ ਨਾ ਹੋਵੇ ਕਿ ਇਹ ਸਾਰੇ ਖੰਡਰ ਬਣ ਜਾਣ ਤੇ ਮੁੜ ਕੇ ਕੋਈ ਪਛਾਣ ਝਾਤੀ ਮਾਰ ਕੇ ਨਾ ਵੇਖੇ, ਇਹ ਵੀ ਸਾਡੀ ਤਰਾਸਦੀ। ਤੇ ਜਿਹੜੀ ਇਹ ਕੋਠੀ ਬਣਾਉਣ ਦੀ ਗੱਲ ਆ, ਜਦੋਂ ਉਹ ਇੱਥੇ ਆ ਕੇ ਉਹਨਾਂ ਬਣਾਉਣੀ ਸ਼ੁਰੂ ਕੀਤੀ ਤੇ ਉਹਨਾਂ ਦੇ ਮਨ 'ਚ ਇੱਕ ਇਹ ਵੀ ਕਿ ਇਹੋ ਜਿਹੀ ਚੀਜ਼ ਬਣਾਈ ਆ ਜਿਹੜੀ ਇਲਾਕੇ ਦੇ ਵਿੱਚ ਕਿਤੇ ਨਹੀਂ। ਸੋ ਉਹ ਸਮਾਂ ਜਿਹੜਾ ਕੱਚੇ ਘਰਾਂ ਦਾ ਦੌਰ ਸੀ, ਬਹੁਤ ਸਾਰੇ ਲੋਕ, ਕੋਈ ਵਿਰਲਾ ਹੀ ਹੋਊਗਾ ਜਿਹਦੇ ਕੋਈ ਪੱਕਾ ਮਕਾਨ ਹੋਵੇ, ਨਹੀਂ ਤਾਂ ਕੱਚੇ ਘਰਾਂ ਦੇ ਲੋਕਾਂ ਦੇ ਕੱਚੇ ਘਰ ਸੀ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇੱਕ ਨਕਸ਼ਾ ਇਹਦਾ ਤਿਆਰ ਕਰਵਾਇਆ ਤੇ ਦੱਸਦੇ ਆ ਕਿ ਜਿਹੜੇ ਇਹਦੇ ਕਾਰੀਗਰ ਸੀ ਉਹ ਲਾਹੌਰ ਤੋਂ, ਇਹਦੇ ਆਰਕੀਟੈਕਟ ਤੇ ਕਾਰੀਗਰ ਲਾਹੌਰ ਤੋਂ ਮੰਗਾਏ ਗਏ। ਲਾਹੌਰ ਉਸ ਸਮੇਂ ਸਾਂਝੇ ਪੰਜਾਬ ਦੀ ਰਾਜਧਾਨੀ ਸੀ ਤੇ ਸਾਡੇ ਮਾਝੇ ਦਾ ਹੀ ਇੱਕ ਸ਼ਹਿਰ ਸੀ, ਲਾਗੇ ਵੱਡਾ ਸ਼ਹਿਰ ਸੀ। ਤੇ ਜਿਹੜੀ ਵੀ ਇਹਦੇ ਵਿੱਚ ਚੀਜ਼ ਵਰਤੀ ਗਈ, ਜਿਵੇਂ ਲੋਹਾ ਬਟਾਲੇ ਤੋਂ, ਤੇ ਉਹ ਕਹਿੰਦੇ ਆ ਕਿ ਉਦੋਂ ਬਟਾਲੇ ਦਾ ਲੋਹਾ ਮੁੱਕ ਗਿਆ ਸੀ। ਹਾਲਾਂਕਿ ਚਲੋ ਇਹ ਵੀ ਆਪਾਂ ਗੱਲ ਤੋਂ ਇਨਕਾਰ ਨਹੀਂ ਕਰਦੇ, 100 ਸਾਲ ਪਹਿਲੋਂ ਸ਼ਹਿਰ ਵੀ ਛੋਟਾ ਸੀ, ਦੁਕਾਨਾਂ ਵੀ ਘੱਟ ਹੋਣਗੀਆਂ, ਪਰ ਫਿਰ ਵੀ ਉਦੋਂ ਉਸ ਸਮੇਂ ਦੇ ਹਿਸਾਬ ਨਾਲ ਤਾਂ ਉਦੋਂ ਵੀ ਬੜਾ ਹੋਏਗਾ ਤੇ ਉਹ ਲੋਹਾ ਮੁੱਕ ਜਾਣਾ। ਫਿਰ ਇਹਦੇ 'ਚ ਜਿਹੜੀ ਕੋਈ ਟਾਇਲ ਵਰਤੀ ਗਈ ਆ ਜਾਂ ਕੋਈ ਹੋਰ ਹੀ ਬੜੇ ਇਹੋ ਜਿਹੇ ਸਜਾਵਟੀ ਚੀਜ਼ਾਂ ਵਾ, ਉਹ ਕਹਿੰਦੇ ਆ ਕਿ ਜੇ ਲਾਹੌਰ ਤੋਂ ਮਿਲੀ, ਲਾਹੌਰ ਤੋਂ ਲਿਆਂਦੀ, ਜਾਂ ਕੋਈ ਹੋਰ ਸ਼ਹਿਰ ਤੋਂ ਮਿਲੀ, ਉੱਥੋਂ ਮੰਗਾਈ ਉਹਨਾਂ ਨੇ। ਤੇ ਇਸ ਵਿੱਚ ਜਿਹੜੀਆਂ ਅੱਜ ਦੇ ਸਮੇਂ 'ਚ ਸਹੂਲਤਾਂ ਵਾ ਕੋਠੀ ਦੇ ਵਿੱਚ ਹੁੰਦੀਆਂ, ਉਹ ਸਾਰੀਆਂ ਉਸ ਸਮੇਂ ਉਹਨਾਂ ਨੇ ਪ੍ਰੋਵਾਈਡ ਕੀਤੀਆਂ। ਜਿਵੇਂ ਕਿਚਨ ਵੱਖਰਾ ਬਣਾਉਣਾ, ਹਰ ਕਮਰੇ ਦੇ ਵਿੱਚ ਉਹਨੂੰ ਗਰਮ ਰੱਖਣ ਲਈ ਉਹ ਚਿਮਨੀਆਂ ਬਣਾਈਆਂ। ਸੋ ਇਸ ਤਰ੍ਹਾਂ ਇੱਕ ਕਮਾਲ ਦੀ ਜਿਹੜੀ ਕਾਰਾਗਰੀ ਆ ਉਹ ਇੱਥੇ ਦੇਖਣ ਨੂੰ ਮਿਲਦੀ ਆ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਹ ਵਿਦੇਸ਼ਾਂ 'ਚ ਚਲੇ ਗਏ ਸੀ ਭਲਵਾਨ, ਉੱਥੇ ਜਾ ਕੇ ਰਹਿਣ ਲੱਗ ਪਏ, ਫਿਰ ਕੀ ਜ਼ਰੂਰਤ ਪੈ ਗਈ ਵੀ ਇੱਥੇ ਉਹਨਾਂ ਨੂੰ ਆਪਣੇ ਪਿੰਡ 'ਚ ਇਸ ਤਰੀਕੇ ਦੀ ਚੀਜ਼ ਤਿਆਰ ਕਰਨੀ?
ਉਹਦਾ ਵੇਖੋ ਜੀ ਇੱਕ ਮਨੁੱਖ ਦੀ ਫਿਤਰਤ ਆ, ਜੇ ਕੋਈ ਅਮੀਰ ਆ ਤਾਂ ਉਹ ਦੱਸਦਾ ਵੀ ਮੈਂ ਅਮੀਰ ਆ। ਅੱਜ ਵੀ ਅਸੀਂ ਜਾਂਦੇ ਆ, ਮੰਨ ਲਓ ਆਪਾਂ ਅੱਜ ਕੋਠੀ ਦੇ ਵੇਖਣੀ ਆਏ ਆ, ਅਸੀਂ ਅੱਜ ਵੀ ਇੱਕ ਸੈਲਫੀ ਲੈ ਕੇ ਜਾਂ ਆਪਣੀ ਫੋਟੋ ਖਿੱਚਦੇ ਆ, ਦੱਸਦੇ ਵੀ ਇੱਥੋਂ ਦੇਖ ਕੇ ਆਏ। ਜਾਂ ਕੋਈ ਵਿਦੇਸ਼ ਜਾਂਦਾ ਤੇ ਉਹ ਅੱਜ ਕੱਲ੍ਹ ਜਿੱਦਾਂ ਮੁੰਡੇ ਜਾਂਦੇ ਹੀ ਆ ਤੇ ਉੱਥੋਂ ਲਾਈਵ ਹੁੰਦੇ ਆ, ਦੱਸਦੇ ਆ ਵੀ ਅਸੀਂ ਇੱਥੇ ਆ, ਵੇਖੋ ਕਿੱਡੀ ਖੂਬਸੂਰਤ ਚੀਜ਼ ਆ। ਸੋ ਉਹ ਸਮਾਂ ਸੀ ਜਦੋਂ ਇਹ ਉੱਥੇ ਗਏ ਮੈਦਾਨ ਸ਼ਹਿਰ 'ਚ ਇੰਡੋਨੇਸ਼ੀਆ 'ਚ, ਇਹਨਾਂ ਤੇ ਵੇਖਿਆ ਸੀ ਉੱਥੇ ਸਾਰਾ ਕੁਝ, ਬਟ ਪਿੰਡ ਕਿਸੇ ਨੂੰ ਪਿੱਛੇ ਨਹੀਂ ਪਤਾ ਵੀ ਇਹ ਕਿੱਥੇ ਗਏ ਆ, ਕਿਹੜੇ ਸ਼ਹਿਰ ਆ, ਕਿੱਥੇ ਆ, ਕਿਵੇਂ ਕਿਸ ਹਾਲਾਤ ਵਿੱਚ ਆ। ਤੇ ਉਹ ਕਹਿੰਦੇ ਜਦੋਂ ਵਾਪਸ ਆਏ ਆ ਤੇ ਇੱਕ ਭਰਾ ਦਾ ਵਿਆਹ ਤਾਂ ਉੱਥੇ ਹੀ ਹੋ ਗਿਆ ਸੀ, ਦੂਜੇ ਦੇ ਵਿਆਹ ਦੀ ਜਦੋਂ ਗੱਲ ਚੱਲੀ ਤਾਂ ਪਹਿਲਾਂ ਤਾਂ ਗਰੀਬ ਹੀ ਇੱਥੋਂ ਜਦੋਂ ਗਏ ਸੀ, ਤੇ ਕਹਿੰਦੇ ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਉਹਨਾਂ ਕਹਿੰਦੇ ਮਹਿਣਾ ਦਿੱਤਾ ਇਹਨਾਂ ਨੂੰ ਕਿ ਨਾ ਤੁਹਾਡੀ ਕੁੱਲੀ ਨਾ ਜੁਲੀ, ਤੇ ਤੁਹਾਨੂੰ ਕੁੜੀ ਕਿਹਨੇ ਦੇਣੀ ਹੈ। ਤੇ ਕਹਿੰਦੇ ਫਿਰ ਉਹ ਉਹਨਾਂ ਦੇ ਦਿਲ ਤੇ ਲੱਗੀ ਗੱਲ, ਤੇ ਉਹਨਾਂ ਨੇ ਪਹਿਲੋਂ 100 ਏਕੜ ਦੇ ਕਰੀਬ ਇੱਥੇ ਪਿੰਡ 'ਚ ਜ਼ਮੀਨ ਖਰੀਦੀ। ਫਿਰ ਉਹਨਾਂ ਸੋਚਿਆ ਕਿ ਵੱਡੀ ਕੋਠੀ ਬਣਾਈ ਹੈ, ਦੱਸੀ ਹੈ ਲੋਕਾਂ ਨੂੰ ਵੀ ਆਪਾਂ ਪਹਿਲੇ ਵਾਲੇ ਨਹੀਂ ਗਏ, ਆਪਾਂ ਬੜੇ ਅਮੀਰ ਆ। ਸੋ ਕੋਠੀ ਭੱਠਾ ਲਾ ਕੇ ਆਪਣਾ ਇੱਟ ਤਿਆਰ ਕਰਕੇ ਵਧੀਆ ਆਰਕੀਟੈਕਟ ਨੂੰ ਨਕਸ਼ਾ ਬਣਾ ਕੇ ਲਾਹੌਰ ਤੋਂ ਮੁਸਲਮਾਨ ਕਾਰੀਗਰ ਬੁਲਾ ਕੇ ਇੱਕ ਉਹਨਾਂ ਨੇ ਇਹੋ ਜਿਹੀ ਕੋਠੀ ਤਿਆਰ ਕਰਤੀ ਜਿਹੜੀ ਇਲਾਕੇ 'ਚ ਕਿਤੇ ਨਹੀਂ ਗਈ। ਉਸ ਸਮੇਂ ਜਾਂ ਤਾਂ ਕੋਈ ਰਾਜੇ ਮਹਾਰਾਜਿਆਂ ਦੇ ਮਹਿਲ ਇਦਾਂ ਦੇ ਹੁੰਦੇ ਸੀ ਜਾਂ ਹਕੂਮਤਾਂ ਦੇ ਕੋਈ ਇਦਾਂ ਦੇ, ਉਹ ਵੀ ਸ਼ਾਇਦ ਛੋਟੇ ਹੀ ਹੋਣਗੇ। ਸੋ ਇਹ ਐਡੀ ਵੱਡੀ ਕੋਠੀ ਹੈ ਕਿ ਅੱਜ ਵੀ 100 ਸਾਲ 125 ਸਾਲ ਬੀਤਣ ਤੋਂ ਬਾਅਦ ਵੀ ਐਡੀ ਵੱਡੀ ਕੋਠੀ ਕਿਸੇ ਨੇ ਨਹੀਂ ਪਾ ਸਕਿਆ। ਤੁਹਾਨੂੰ ਜਦੋਂ ਤੁਸੀਂ ਇਹਦੇ ਬਾਰੇ ਸਟੋਰੀ ਲਿਖ ਰਹੇ ਸੀ ਜਾਂ ਖੋਜਬੀਨ ਕਰ ਰਹੇ ਸੀ ਇਸ ਕੋਠੀ ਦੇ ਬਾਰੇ, ਇਹਦੇ ਤੱਥਾਂ ਬਾਰੇ, ਤੁਹਾਡੇ ਨਾਲ ਕਦੀ ਇਹਨਾਂ ਦੇ ਪਰਿਵਾਰਕ ਮੈਂਬਰ ਜੋ ਵਿਦੇਸ਼ਾਂ 'ਚ ਬੈਠੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ ਜੀ, ਜਦੋਂ ਆਪਾਂ ਪੋਸਟ ਪਾਈ ਆ ਤੇ ਉਹ ਸੋਸ਼ਲ ਮੀਡੀਆ ਥੋੜੀ ਵਾਇਰਲ ਕਾਫੀ ਹੋ ਗਈ। ਉਹ ਘੁੰਮਦੀ ਘੁੰਮਾਉਂਦੀ ਇਹਨਾਂ ਦੇ ਵਾਰਸਾਂ ਕੋ ਵੀ ਜਦੋਂ ਇਹ ਲਿਖਤ ਪਹੁੰਚੀ ਆ ਤਾਂ ਉਹਨਾਂ ਦੇ ਫੋਨ ਆਏ ਸੀ, ਮੇਰਾ ਨੰਬਰ ਥੱਲੇ ਸੀ, ਤੇ ਇੱਕ ਫੋਨ ਕੈਨੇਡਾ ਤੋਂ, ਇੱਕ ਡੈਨਮਾਰਕ ਤੋਂ, ਨਵੀਂ ਦਿੱਲੀ ਤੋਂ ਵੀ ਇੱਕ ਆਇਆ ਸੀ। ਤੇ ਉਹਨਾਂ ਕਲੇਮ ਕੀਤਾ ਕਿ ਸਾਡੇ ਬਜ਼ੁਰਗ ਹੀ ਹੈ। ਤੇ ਇੱਕ ਡੈਨਮਾਰਕ ਇਹਨਾਂ ਦਾ ਉਹ ਦੱਸਦਾ ਕਿ ਮੇਰੇ ਪੜਦਾਦਾ ਜੀ ਸੀ, ਤੇ ਉਹਨੇ ਫੋਟੋ ਵੀ ਭੇਜੀ ਸੀ, ਉਹ ਆਪਣੇ ਜਿਹਨਾਂ ਦੇ ਇੱਕ ਭਲਵਾਨ ਭਰਾ ਚੋਂ ਇੱਕ ਦੀ ਫੋਟੋ ਸਾਡੇ ਕੋਲ ਹੈਗੀ ਆ। ਸੋ ਉਹ ਦੱਸਦੇ ਆ ਕਿ ਉਹ ਕਦੀ ਕਦੀ ਇੱਥੇ ਆਉਂਦੇ ਆ ਪਰਿਵਾਰ, ਤੇ ਉਹ ਇਹਨਾਂ ਤੋਂ ਸਾਰਿਆਂ ਨੂੰ ਪਤਾ ਵੀ ਸਾਡੀ ਪਿੰਡ ਚੋਣੇ 'ਚ ਸਾਡੇ ਬਜ਼ੁਰਗਾਂ ਦੀ ਕੋਠੀ ਆ, ਬਟ ਉਹ ਖਿਲਰੇ ਹੋਣ ਕਰਕੇ ਕੋਈ ਕਿਸੇ ਦੇਸ਼ 'ਚ ਆ, ਕੋਈ ਕਿਸੇ ਦੇਸ਼ 'ਚ ਆ। ਅੱਗੇ ਪਰਿਵਾਰ ਕਾਫੀ ਵੱਡੇ ਹੋ ਗਏ ਤੇ ਕਿਤੇ ਨਾ ਕਿਤੇ ਸਹਿਮਤੀ ਨਹੀਂ ਬਣਦੀ, ਜਾਂ ਉਹ ਉਹਨਾਂ ਦਾ ਇੰਨਾ ਧਿਆਨ ਵੀ ਨਹੀਂਗਾ। ਕਦੀ ਕਦੀ ਕਿਤੇ ਆਉਣ ਤੇ ਇੱਥੇ ਆ ਕੇ ਫੋਟੋ ਜ਼ਰੂਰ ਖਿਚਾਉਂਦੇ ਆ, ਬਟ ਉਹ ਸਾਂਭਣ ਵਾਲੇ ਬੰਨੇ ਕੋਈ ਨਹੀਂ ਗਿਆ। ਜੋ ਇਸ ਦੇ ਹਾਲਾਤ ਹੁਣ ਨਜ਼ਰ ਆਉਂਦੇ ਆ, ਤੁਸੀਂ ਕੀ ਸੋਚਦੇ ਹੋ? ਲੋਕ ਤੇ ਸਾਡੇ ਵੀ ਪੰਜਾਬ ਚੋਂ ਵਿਦੇਸ਼ਾਂ ਦਾ ਰੁਖ ਕਰ ਰਹੇ ਆ, ਕੀ ਸੋਚਦੇ ਹੋ ਇਹਦੇ ਬਾਰੇ, ਇਹਦੇ ਹਾਲਾਤ ਦੇਖ ਕੇ? ਬਿਲਕੁਲ ਜੀ, ਇਹ ਇੱਕ ਮਤਲਬ ਜੀਂਦੀ ਜਾਗਦੀ ਨਿਸ਼ਾਨੀ ਆ ਵੀ ਜੇ ਤੁਸੀਂ ਆਪਣੀਆਂ ਜੜ੍ਹਾਂ ਨੂੰ ਟੁੱਟੋਗੇ ਤੇ ਕੋਠੀ ਭਾਵੇਂ ਏਡੀ ਹੋਵੇ ਜਾਂ ਇਹਦੇ ਨਾਲ ਵੱਡੀ ਹੋਵੇ ਜਾਂ ਥੋੜੀ ਛੋਟੀ ਹੋਵੇ, ਅਜਾੜਾ ਉੱਥੇ ਵੀ ਨਿਸ਼ਚਿਤ ਆ। ਕਿਉਂਕਿ ਸਾਡੇ ਟ੍ਰੈਂਡ ਚੱਲ ਪਿਆ ਵੀ ਆਪਾਂ ਜੇ ਕਿਸੇ ਦਾ ਇਕੱਲਾ ਪੁੱਤ ਜਾਂ ਸੋ ਚੰਗਾ ਭਲਾ ਕਾਰੋਬਾਰ ਵੀ ਆ, ਜ਼ਮੀਨ ਜਾਇਦਾਦ ਆ, ਛੱਡ ਕੇ ਅਸੀਂ ਰੋਜ਼ ਜਹਾਜ਼ ਭਰ ਕੇ ਵਿਦੇਸ਼ਾਂ ਜਾ ਰਹੇ ਆ। ਤੇ ਜੇ ਇਹੋ ਹੀ ਵਰਤਾਰਾ ਰਿਹਾ ਤਾਂ ਇੱਥੇ ਵੀ ਬੜੀਆਂ ਹੋਰ ਆਉਣ ਵਾਲੇ 10 ਸਾਲਾਂ ਨੂੰ ਮੈਨੂੰ ਇਹ ਗੱਲ ਦਾ ਡਰ ਆ ਕਿ ਰੱਬ ਨਾ ਕਰੇ ਕੋਈ ਇਹੋ ਜਿਹੀਆਂ ਕੋਠੀਆਂ ਹੋਰ ਵੀ ਇੱਥੇ ਬਣਨ। ਸੋ ਇਸ ਵੱਲ ਵੀ ਸੋਚਣਾ ਚਾਹੀਦਾ। ਸ਼ੂਟਿੰਗਾਂ ਤਾਂ ਇੱਥੇ ਬਹੁਤ ਹੋਈਆਂ ਜੀ। ਕੋਠੀ ਵੀ ਮਤਲਬ ਇਹ ਜੋ ਅਸੀਂ ਵੇਂਦੇ ਰਹੇ ਹਾਂ, ਮਤਲਬ ਬਹੁਤ ਵਧੀਆ ਜੋ ਜੰਮੇ ਵੇਂਦੇ ਰਹੇ ਹਾਂ ਜੀ। ਤੇ ਪਰ ਇਹ ਆ ਵੀ ਬਦਕਿਸਮਤੀ ਦੇ ਵਿੱਚ ਕੋਈ ਆਇਆ ਨਹੀਂ ਜਿਨ੍ਹਾਂ ਨੇ ਦਾ ਵਾਰਸ ਕੋਈ ਆਉਂਦਾ, ਕੋਈ ਰਹਿੰਦੇ ਵਿੱਚ ਇਹਦੇ, ਤੇ ਫਿਰ ਤਾਂ ਬਹੁਤ ਵਧੀਆ ਗੱਲ ਸੀ। ਅਜੇ ਵੀ ਕੋਈ ਪੰਜਾਬੀ ਗਾਣੇ ਜਾਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ? ਹਾਂਜੀ ਹਾਂਜੀ, ਕਾਫੀ ਫਿਲਮ ਗਾਣਿਆਂ ਦੀ ਹੋਈ ਹੈ ਜੀ, ਮਤਲਬ ਫਿਲਮਾਂ ਦੀ ਵੀ ਕਾਫੀ ਇੱਥੇ ਸ਼ੂਟਿੰਗ ਹੋਈ ਹੈ ਜੀ। ਪ੍ਰੀ ਵੈਡਿੰਗ ਵਾਲੇ ਬਹੁਤ ਆਉਂਦੇ ਨੇ। ਮਜ਼ਬੂਤੀ ਕਿਸ ਤਰੀਕੇ ਦੀ? ਮਜ਼ਬੂਤੀ ਬਹੁਤ ਹੈ ਜੀ, ਮਜ਼ਬੂਤੀ ਤੁਸੀਂ ਦੇਖ ਹੀ ਲਓ, ਅਜੇ ਤੱਕ ਕਿਤੇ ਹੀ ਹੈ ਕੋਈ ਤਰੇੜ ਆਈ ਹੋਊਗੀ, ਨਹੀਂ ਤਾਂ ਨਹੀਂ। ਬਹੁਤ ਵਧੀਆ ਕਾਰੀਗਰ ਦਾ ਕੰਮ ਹੋਇਆ, ਤੇ ਬੜੀ ਮਾਣ ਵਾਲੀ ਗੱਲ ਸਾਡੇ ਪਿੰਡ ਵਾਸਤੇ ਵੀ ਐਡੇ ਵੱਡੇ ਮਤਲਬ ਭਲਵਾਨ ਸੀ ਜਿਨ੍ਹਾਂ ਨੇ ਨਿਸ਼ਾਨੀ ਬਣਾਈ ਹੈ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਰੰਗਲਾ ਟੀਵੀ।